ਦਸਤਾਰ ਨੇ ਮੈਨੂੰ ਲੱਗਦਾ ਤੁਹਾਡੀ ਜ਼ਿੰਦਗੀ 'ਚ ਸਭ ਤੋਂ ਵੱਡਾ ਬਦਲਾਅ ਲਿਆਂਦਾ ਤੇ ਅੱਜ ਤੁਸੀਂ ਰਸ਼ੀਆ ਦੇ ਵਿੱਚ ਵੀ ਰਿਪਰੈਜ਼ੈਂਟ ਕਰ ਰਹੇ ਹੋ, ਗੁਰਦੁਆਰਾ ਵੀ ਉੱਥੇ ਬਣਵਾ ਰਹੇ ਹੋ। ਤਾਂ ਇਹ ਕੋਈ ਇੱਕ ਗੱਲ ਜਿਹੜੀ ਤੁਹਾਨੂੰ ਯਾਦ ਹੋਵੇ ਦਸਤਾਰ ਨਾਲ ਸੰਬੰਧਿਤ? ਉਹ ਕੰਪਨੀ ਨੇ ਮੈਨੂੰ ਜਦੋਂ ਆਫਰ ਦਿੱਤਾ ਸੀ, ਉਹਨਾਂ ਨੇ ਕਿਹਾ ਸੀ ਕਿ ਵੀ ਚਲੋ ਤੇਰੀ ਜਿਹੜੀ ਇੱਕ ਬੈਕਗਰਾਊਂਡ ਹੈ, ਜੋ ਤੂੰ ਗੱਲ ਕਰ ਰਹੇ ਹੈ, ਤੇਰੀ ਗੱਲ ਦੇ ਅੰਦਰ ਤੱਥ ਹੈਗਾ, ਲੇਕਿਨ ਅਸੀਂ ਦਸਤਾਰ ਨੂੰ ਨਹੀਂ ਦੇ ਸਕਦੇ, ਅਸੀਂ ਆਪਣੀ ਕੰਪਨੀ ਨੂੰ ਰਿਪਰੈਜ਼ੈਂਟ ਨਹੀਂ ਕਰਾ ਸਕਦੇ ਕਿ ਤੂੰ ਇੱਕ ਦਸਤਾਰ ਬੰਨੀ ਹੋਈ ਹੈ, ਤੂੰ ਇੰਡੀਅਨ ਲੱਗਦਾ ਹੈ ਜਾਂ ਤੂੰ ਇੱਕ ਕਮਿਊਨਿਟੀ ਤੋਂ ਆਉਂਦਾ ਜੋ ਐਥਨਿਕ ਹੈਗੀ ਹੈ, ਤੇ ਇੰਟਰਨੈਸ਼ਨਲੀ ਤੂੰ ਐਕਸੈਪਟੇਬਲ ਨਹੀਂ ਹੋਏਗਾ। ਦਸਤਾਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਰਹੀਆਂ ਨੇ ਉੱਥੇ, ਕਿਉਂਕਿ ਦਸਤਾਰਧਾਰੀ ਨੂੰ ਬਹੁਤ ਕੁਝ ਕਹਿੰਦੇ ਰਿਹਾ, ਮੈਂ ਹਾਲਾਂਕਿ ਉਹ ਸ਼ਬਦ ਤਾਂ ਨਹੀਂ ਵਰਤੂੰਗਾ, ਪਰ ਉਹ ਚੁਣੌਤੀਆਂ ਨੂੰ ਤੁਸੀਂ ਫਿਰ ਕਿਵੇਂ ਟੈਕਲ ਕੀਤਾ? ਕਿਉਂਕਿ ਅੱਜ ਦਾ ਤੁਹਾਡੀ ਪਹਿਚਾਣ ਹੀ ਇੱਕ ਸਿੱਖ ਵਜੋਂ ਹੁੰਦੀ ਹੈ, ਦਸਤਾਰ ਤੁਹਾਡੀ ਪਹਿਚਾਣ। ਤੇ ਜੌਬ ਲੱਭ ਰਿਹਾ ਸੀ ਤੇ ਕਈ ਲੋਕਾਂ ਨੇ ਮੈਨੂੰ ਇਹ ਵੀ ਆਫਰ ਕੀਤਾ ਕਿ ਤੂੰ ਅਗਰ ਦਸਤਾਰ ਹਟਾ ਦਿੰਦਾ ਹੈ ਤੇ ਸ਼ਾਇਦ ਤੈਨੂੰ ਜੌਬ ਦੇ ਦਾਂਗੇ ਅਸੀਂ। ਗੁਰਦੁਆਰੇ ਦੀ ਨੀਂਹ ਪੱਥਰ ਕਿਵੇਂ ਤੁਸੀਂ ਰੱਖ ਰਹੇ ਹੋ ਤੇ ਜਾਂ ਕਿਸ ਤਰੀਕੇ ਨਾਲ ਉੱਥੇ ਬਣਾਉਣਾ, ਕਿਉਂਕਿ ਕਮਿਊਨਿਟੀ ਸਿੱਖ ਕਮਿਊਨਿਟੀ ਬਹੁਤ ਘੱਟ ਹੈ ਜਿਹੜੀ ਸਟੇਟ ਦੇ ਵਿੱਚ ਤੁਸੀਂ ਬਣਾਉਣ ਜਾ ਰਹੇ ਹੋ। ਮੈਂ ਕਿਸੇ ਵੀ ਕੰਟਰੀ ਦੇ ਅੰਦਰ ਜਦੋਂ ਜਾਂਦਾ, ਸਭ ਤੋਂ ਪਹਿਲਾਂ ਮੇਰਾ ਇਹੋ ਹੁੰਦਾ ਕਿ ਵੀ ਲਾਈਕ ਇੱਥੇ ਦੇਖੀਏ ਗੁਰੂ ਘਰ ਕਿੱਥੇ, ਤੇ ਜਦੋਂ ਮੈਂ ਉੱਥੇ ਗਿਆ ਸੈਂਟ ਪੀਟਰਸਬਰਗ, ਗੁਰੂ ਘਰ ਨਹੀਂ ਹੈਗਾ ਸੀ। ਜਦੋਂ ਇਸ ਗੁਰਦੁਆਰੇ ਦੀ ਜ਼ਿਕਰ ਆਉਂਦਾ ਤਾਂ ਸੁਭਾਵਿਕ ਹੈ ਕਿ ਸਿੱਖ ਜਿਹੜੇ ਉੱਥੋਂ ਦੇ ਹੈਗੇ ਉਹ ਤਾਂ ਬਹੁਤ ਖੁਸ਼ ਹੋਏ ਹੋਣਗੇ, ਪਰ ਜਿਹੜੇ ਉੱਥੋਂ ਦੀ ਕਮਿਊਨਿਟੀ ਹੈਗੀ, ਰਸ਼ੀਅਨ ਹੈਗੇ ਨੇ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਇਸ ਤਰੀਕੇ ਨਾਲ ਉੱਥੇ ਗੁਰਦੁਆਰਾ ਬਣ ਰਿਹਾ, ਉਹਨਾਂ ਦਾ ਰਿਸਪੌਂਸ ਕਿਹੋ ਜਿਹਾ ਸੀ? ਇਹ ਹੈਵ ਟੂ ਬੀ ਵੈਰੀ ਕਲੀਅਰ ਕਿ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ ਕਿ ਅਗਰ ਤੁਸੀਂ ਕੋਈ ਰਿਲੀਜੀਅਸ ਪ੍ਰਚਾਰ ਕਰ ਰਹੇ ਹੋ, ਤੁਸੀਂ ਕਨਵਰਜਨ ਉੱਤੇ ਨਹੀਂ ਗੱਲ ਕਰਦੇ ਹੋ। ਤੁਸੀਂ, ਮੈਂ ਕਿਹਾ ਸਾਡਾ ਨਾ ਤੇ ਸਾਡਾ ਮਕਸਦ ਹੈਗਾ ਤੇ ਨਾ ਹੀ ਇਹ ਸਾਡਾ ਪਲੇਟਫਾਰਮ ਹੁੰਦੇ ਨੇ। ਇਸ ਨੂੰ ਬਣਾਉਣ ਦੇ ਲਈ ਤਾਂ ਕਾਫੀ ਖਰਚਾ ਵੀ ਆ ਜਾਣਾ ਆ, ਤਾਂ ਤੁਸੀਂ ਕੋਈ ਫੰਡਿੰਗ ਵਗੈਰਾ ਹੋ ਰਹੀ ਹੈ, ਕੋਈ ਸੰਸਥਾ ਕੋਈ ਤੁਸੀਂ ਬਣਾਈ ਹੈ ਕਿ ਜਾਂ ਤੁਸੀਂ ਸਾਰਾ ਆਪਣੇ ਵੱਲੋਂ ਸਭ ਕੁਝ ਕਰਵਾ ਰਹੇ ਹੋ, ਤੇ ਕਿੰਨਾ ਕੁ ਖਰਚਾ ਟੋਟਲ ਆਉਣਾ ਹੈ? ਪਲਾਨ ਤਾਂ ਮੇਰਾ ਇਹੋ ਹੈ ਕਿ ਜੋ ਵੀ ਖਰਚਾ ਹੋ ਰਿਹਾ ਮੈਂ ਉਹਦਾ ਆਪਣੇ ਉੱਤੇ ਲੈ ਕੇ ਚੱਲ ਰਿਹਾ। ਬਾਕੀ ਜਿੰਨੇ ਲੋਕ ਜੁੜਨਗੇ, ਗੁਰੂ ਘਰ ਮੇਰਾ ਨਹੀਂ ਸਭ ਦਾ ਹੈ। ਪੰਜਾਬ ਅਤੇ ਪੰਜਾਬੀਆਂ ਦਾ ਇਤਿਹਾਸ ਰਿਹਾ ਏ ਕਿ ਇਹ ਕਿਸੇ ਵੀ ਹਾਲਾਤ ਵਿੱਚ ਹੋਣ ਪਰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ। ਅੱਜ ਇੱਕ ਚੜ੍ਹਦੀ ਕਲਾ ਦੀ ਹੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਸਰਦਾਰ ਹਰਮੀਤ ਸਿੰਘ ਹੋਣਾ ਦੀ, ਜੋ ਦਿੱਲੀ ਤੋਂ ਦੁਬਈ ਦੇ ਵਿੱਚ ਜਾ ਕੇ ਇੱਕ ਸਫਲ ਬਿਜ਼ਨਸਮੈਨ ਹੋਏ, ਕਿਉਂਕਿ ਇੰਡੀਆ ਦੇ ਵਿੱਚ ਉਹ ਜਮਾਂ ਫਰਸ਼ ਦੇ ਉੱਪਰ ਆ ਗਏ ਸੀ। ਇੱਥੇ ਰਹਿ ਕੇ ਉਹਨਾਂ ਕੋਲ ਕਮਾਈ ਦਾ ਸਾਧਨ ਨਹੀਂ ਸੀ, ਪਰ ਉਹਨਾਂ ਨੇ ਦੁਬਈ ਦੇ ਵਿੱਚ ਜਾ ਕੇ ਕਈ ਕੰਪਨੀਆਂ ਖੋਲ੍ਹੀਆਂ, ਬਿਜ਼ਨਸ ਕੀਤਾ ਅਤੇ ਇੱਕ ਵੱਡਾ ਨਾਮ ਰੌਸ਼ਨ ਕੀਤਾ। ਵੱਡੀ ਗੱਲ ਇਹ ਹੈ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਦਸਤਾਰ ਨੇ ਬਹੁਤ ਵੱਡਾ ਰੋਲ ਨਿਭਾਇਆ ਅਤੇ ਦਸਤਾਰ ਨੂੰ ਹੀ ਉੱਪਰ ਚੱਕਣ ਦੇ ਲਈ ਰਸ਼ੀਆ ਦੀ ਇੱਕ ਸਟੇਟ ਦੇ ਵਿੱਚ ਇੱਕ ਗੁਰਦੁਆਰਾ ਬਣਾਉਣ ਜਾ ਰਹੇ ਨੇ। ਗੁਰਦੁਆਰੇ ਦੇ ਉੱਪਰ ਕਈ ਲੱਖਾਂ ਡਾਲਰ ਲੱਗਣੇ ਨੇ, ਆਪਣੀ ਜੇਬ ਦੇ ਵਿੱਚੋਂ ਲਾਉਣਗੇ, ਅਤੇ ਸਾਰੀ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਹਰਮੀਤ ਸਿੰਘ ਜੀ ਮੌਜੂਦ ਨੇ। ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਦੇ ਵੱਲੋਂ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ, SGPC ਦੇ ਪ੍ਰਧਾਨ ਦੇ ਨਾਲ ਵੀ ਮੁਲਾਕਾਤ ਹੋਈ ਹੈ ਅਤੇ ਉਸ ਮੁਲਾਕਾਤ ਦੇ ਵਿੱਚ ਇਹ ਜ਼ਿਕਰ ਹੋਇਆ ਕਿ ਗੁਰੂ ਘਰ ਦੀ ਮਰਿਆਦਾ ਨੂੰ ਅਕਾਲ ਤਖਤ ਸਾਹਿਬ ਦੇ ਦਰਮਿਆਨ ਹੀ ਰੱਖਿਆ ਜਾਵੇਗਾ ਅਤੇ ਇਸ ਮਰਿਆਦਾ ਨੂੰ ਬਰਕਰਾਰ ਰਸ਼ੀਆ ਦੇ ਵਿੱਚ ਰੱਖਿਆ ਜਾਵੇਗਾ। ਤਾਂ ਸਾਰੀ ਗੱਲਬਾਤ ਕਰਦੇ ਹਾਂ, ਹਰਮੀਤ ਸਿੰਘ ਜੀ ਸਾਡੇ ਨਾਲ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਰਮੀਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹੁੰਦੇ ਹਾਂ, ਕਿਉਂਕਿ ਤੁਸੀਂ ਇੰਡੀਆ ਦੇ ਦਿੱਲੀ ਦੇ ਵਿੱਚ ਜੰਮ ਪਾਲੋ, ਤਾਂ ਜਦੋਂ ਦੁਬਈ ਗਏ ਤਾਂ ਉਦੋਂ ਕਿਹੋ ਜਿਹੇ ਹਾਲਾਤ ਸੀਗੇ, ਇੱਥੇ ਕਿਹੋ ਜਿਹੇ ਹਾਲਾਤ ਸੀਗੇ, ਤੇ ਉੱਥੇ ਕਿਹੜੇ ਹਾਲਾਤਾਂ ਦੇ ਵਿੱਚ ਜਾ ਕੇ ਕੰਮ ਕੀਤਾ? ਇੰਡੀਆ ਦੇ ਅੰਦਰ ਜਦੋਂ ਇੱਕ ਪਰਿਵਾਰ ਦੇ ਅੰਦਰ ਜਦੋਂ ਇੱਕ ਪੰਜਾਬੀ ਪਰਿਵਾਰ ਦੇ ਅੰਦਰ ਇੱਕ ਜਿਵੇਂ ਸਪੋਇਲਡ ਤਰੀਕੇ ਨਾਲ ਮੈਂ ਕਹਾਂ ਕਿ ਇੱਕ ਤਰੀਕੇ ਨਾਲ ਪਹਿਲਾਂ ਇਕਲੌਤਾ ਮੁੰਡਾ ਹੈਗਾ ਸੀ ਮੈਂ, ਅਤੇ ਕਾਫੀ ਚੀਜ਼ਾਂ ਜਿਹੜੀ ਬਹੁਤ ਈਜ਼ੀ ਹੈਗੀ ਸੀ ਇੱਥੇ, ਕਿ ਬਿਜ਼ਨਸ ਪਰਿਵਾਰ ਨੂੰ ਬਿਲੋਂਗ ਕਰਦਾ ਅਤੇ ਸਾਰੀ ਚੀਜ਼ਾਂ ਇੱਕ ਤਰੀਕੇ ਨਾਲ ਪਲੈਟਰ ਉੱਤੇ ਮਿਲਦੀਆਂ। ਅਤੇ ਮੈਂ ਆਪਣੀ ਲਾਈਫ ਦੇ ਅੰਦਰ ਜਦੋਂ ਸਟਾਰਟਿੰਗ ਪੁਆਇੰਟ ਹੈਗਾ ਮੇਰਾ ਆਪਣੇ ਪੇਰੈਂਟਸ ਦੇ ਨਾਲ, ਅਤੇ ਆਪਣੀ ਲਾਈਫ ਦਾ ਅਗਰ ਇੱਕ ਚੈਪਟਰ ਦੇਖੀਏ, ਵਰਕਾ ਦੇਖੀਏ, ਉਹਦੇ ਅੰਦਰ ਕਾਫੀ ਚੀਜ਼ਾਂ ਜਿਹੜੀ ਬਹੁਤ ਈਜ਼ੀ ਹੈਗੀ ਸੀ। ਬਟ ਜਦੋਂ ਤੁਹਾਡੇ ਕੋਲ ਸਾਰੀ ਚੀਜ਼ਾਂ ਈਜ਼ੀਲੀ ਮਿਲਦੀਆਂ ਅਤੇ ਤੁਸੀਂ ਇੱਕ ਤਰੀਕੇ ਨਾਲ ਆਪਣੇ ਆਪ ਨੂੰ ਇੱਕ ਕੰਪਲੇਸੈਂਟ ਸਮਝਦੇ ਹੋ, ਅਤੇ ਮੈਂ ਬਹੁਤ ਡਿਸਟੈਂਟ ਹੈਗਾ ਸੀ ਰੀਅਲ ਲਾਈਫ ਤੋਂ, ਕਿ ਜਦੋਂ ਇੱਕ ਇਨਸਾਨ ਨੂੰ ਸਭ ਚੀਜ਼ਾਂ ਮਿਲਦੀਆਂ ਅਤੇ ਉਹਦੀ ਇੱਕ ਤਰੀਕੇ ਨਾਲ ਵੈਲਿਊ ਨਹੀਂ ਹੁੰਦੀ। ਜਦੋਂ ਮੈਂ ਦੁਬਈ ਗਿਆ ਤਾਂ ਮੈਂ ਜ਼ਮੀਨ 'ਤੇ ਹੈਗਾ ਸੀ, ਅਤੇ ਇੱਕਦਮ ਰਿਐਲਿਟੀ ਚੈੱਕ ਹੁੰਦਾ, ਜਿਵੇਂ ਜਾ ਕੇ ਤੁਸੀਂ ਇੱਕ 10ਵੇਂ ਮਾਲੇ ਤੋਂ ਜਾ ਕੇ ਸਿੱਧਾ ਜਾ ਕੇ ਥੱਲੇ ਡਿੱਗਦੇ ਹੋ ਅਤੇ ਪਤਾ ਲੱਗਦਾ ਕਿ ਅਸਲੀ ਜ਼ਿੰਦਗੀ ਕੀ ਚੀਜ਼ ਹੈ। ਅਤੇ ਉਸ ਦਿਨ ਜਦੋਂ ਇੱਕ ਡਿਸੀਜਨ ਲਿੱਤਾ ਕਿ ਦੁਬਈ ਜਾਣਾ ਹੈ, ਤਾਂ ਟਫ ਡਿਸੀਜਨ ਹੈਗਾ ਸੀ, ਬਟ ਲੇਕਿਨ ਇੱਕ ਤਰੀਕੇ ਨਾਲ ਇੱਕ ਜਜ਼ਬਾ ਹੈਗਾ ਸੀ ਕਿ ਹਾਰ ਨਹੀਂ ਮੰਨਣੀ। ਅਤੇ ਜਦੋਂ ਟੁੱਟਿਆ, ਅਤੇ ਟੁੱਟ ਕੇ ਦੁਬਾਰਾ ਬਣਨਾ ਜਿਹੜਾ ਇੱਕ ਬਹੁਤ ਇੱਕ
ਇੱਕ ਇਹੋ ਜਿਹਾ ਮਾਡਲ ਹੈਗਾ ਜੋ ਅਗਰ ਤੁਸੀਂ ਫੇਸ ਕਰ ਸਕਦੇ ਹੋ ਫਿਰ ਤੁਸੀਂ ਹਰ ਚੀਜ਼ ਨੂੰ ਫੇਸ ਕਰ ਸਕਦੇ ਹੋ। ਰਵੀ ਸਿੰਘ ਜੀ, ਵੈਸੇ ਤਾਂ ਪੰਜਾਬ ਦੇ ਲੋਕ ਸੋਚਦੇ ਆ ਕਿ ਕੈਨੇਡਾ ਜਾਈਏ, ਅਮਰੀਕਾ ਜਾਈਏ, ਆਸਟ੍ਰੇਲੀਆ ਜਾਈਏ, ਵੱਡੀਆਂ ਕੰਟਰੀਜ਼ ਦੇ ਵਿੱਚ ਜਾਈਏ, ਹਾਲਾਂਕਿ ਦੁਬਈ ਵੀ ਕੋਈ ਹੁਣ ਛੋਟੀ ਕੰਟਰੀ ਨਹੀਂ। ਤੁਸੀਂ ਦੁਬਈ ਹੀ ਕਿਉਂ ਚੁਣਿਆ ਸੀਗਾ? ਦੁਬਈ ਮੈਂ ਫੈਮਿਲੀ ਕਰਕੇ ਇੱਕ ਡਿਸੀਜਨ ਲਿੱਤਾ। ਮੇਰੀ ਸਿਸਟਰ ਉੱਥੇ ਹੈਗੀ ਸੀ ਅਤੇ ਮੈਂ ਜਿਵੇਂ ਇੱਕ ਨੋਰਮਲ ਇੰਡੀਅਨ ਫੈਮਿਲੀ ਤੋਂ ਅਗਰ ਕੋਈ ਸੋਚਦਾ ਹੈ ਅਤੇ ਮੈਂ ਉਹਦੇ ਨਾਲ ਤੇ ਹੋਣਾ ਚਾਹੁੰਦਾ ਸੀ, ਲੇਕਿਨ ਮੈਂ ਕਿਸੇ ਉੱਤੇ ਬੋਝ ਨਹੀਂ ਬਣਨਾ ਚਾਹੁੰਦਾ ਸੀ। ਅਤੇ ਮੈਂ ਪਲਾਨ ਇਹੋ ਕੀਤਾ ਸੀ ਕਿ ਵੀ ਲਾਈਕ ਅਸੀਂ ਜਦੋਂ ਇੰਡੀਆ ਤੋਂ ਸਾਡਾ ਇੱਕ ਤਰੀਕੇ ਨਾਲ ਨਾਤਾ ਇਸ ਤਰੀਕੇ ਨਾਲ ਟੁੱਟਿਆ ਕਿ ਇੱਥੇ ਕਾਫੀ ਸਮਾਜਿਕ ਚੀਜ਼ਾਂ ਇਹੋ ਜਿਹੀਆਂ ਜਿਹੜੇ ਅੱਜ ਵੀ ਮੈਂ ਦੇਖਦਾ, ਅਸੀਂ ਦੁਨੀਆ ਨੂੰ ਦਿਖਾਉਣ ਵਾਸਤੇ ਬਹੁਤ ਕੁਝ ਕਰਦੇ ਹਾਂ। ਸਮਾਜਿਕ ਤੌਰ 'ਤੇ ਸਾਡਾ ਇੱਕ ਰੁਤਬਾ ਜਿਹੜਾ ਹੁੰਦਾ ਹੈ ਉਹ ਤੁਹਾਨੂੰ ਜੋ ਤੁਸੀਂ ਇਨਸਾਨ ਹੋ ਉਸ ਤਰੀਕੇ ਨਾਲ ਨਹੀਂ ਜਾਣਿਆ ਜਾਂਦਾ। ਉਹ ਜਾਣਿਆ ਜਾਂਦਾ ਕਿ ਤੁਹਾਡੀ ਪੋਜੀਸ਼ਨ ਕੀ ਹੈ, ਤੁਹਾਡਾ ਬੈਂਕ ਬੈਲੈਂਸ ਕੀ ਹੈ। ਅਤੇ ਉਹ ਚੀਜ਼ ਜਦੋਂ ਪਤਾ ਲੱਗੀ, ਜਦੋਂ ਮੇਰੇ ਫਾਦਰ ਸਾਹਿਬ ਦਾ ਬਿਜ਼ਨਸ ਜਾਂ ਜਿਸ ਤਰੀਕੇ ਨਾਲ ਸਾਡਾ ਡਾਊਨਫਾਲ ਵੀ ਆਇਆ, ਅਤੇ ਜੋ ਲੋਕ ਸਾਡੇ ਨਾਲ ਹੈਗੇ ਸੀ ਉਹ ਫਿਰ ਸਾਡੇ ਨਾਲ ਇੱਕ ਤਰੀਕੇ ਨਾਲ ਦੂਰੀਆਂ ਬਣ ਗਈਆਂ ਕਿ ਵੀ ਅਸੀਂ ਪੈਸੇ ਨਾ ਮੰਗ ਲਈਏ ਜਾਂ ਇਸ ਤਰੀਕੇ ਨਾਲ ਇੱਕ ਚੀਜ਼ ਬਣ ਜਾਂਦੀ ਸਮਾਜਿਕ। ਉਹ ਇੱਕ ਰੀਅਲ ਅਵੇਕਨਿੰਗ ਹੈਗੀ ਸੀ ਸਾਡੇ ਵਾਸਤੇ। ਅਤੇ ਮੈਂ ਜਦੋਂ ਇਹ ਇੱਕ ਇੱਜ਼ਤ ਜਿਹੜੀ ਚੀਜ਼ ਹੁੰਦੀ, ਮੇਰੇ ਪੇਰੈਂਟਸ ਨੇ ਵੀ ਇਸ ਚੀਜ਼ ਨੂੰ ਕਾਫੀ ਮਾਣ ਦਿੱਤਾ ਹੈ। ਉਹਨਾਂ ਨੇ ਫਿਰ ਇੱਥੋਂ ਜਿਹੜਾ ਆਪਣਾ ਵਸੀਲਾ ਛੱਡਿਆ ਅਤੇ ਮੇਰਾ ਪਲਾਨ ਹੈਗਾ ਸੀ ਕਿ ਮੈਂ ਆਪਣੀ ਫੈਮਿਲੀ ਨੂੰ ਇਕੱਠਾ ਕਰਾਂ। ਅਤੇ ਦੁਬਈ ਮੈਂ ਗਿਆ ਕਿ ਬਿਨਾਂ ਸੋਚੇ ਸਮਝੇ ਸਿਰਫ ਇਸ ਚੀਜ਼ ਉੱਤੇ ਇੱਕ ਆਸ ਉੱਤੇ ਕਿ ਮੈਂ ਫਾਈਟਰ ਹਾਂ ਅਤੇ ਮੈਂ ਇਹ ਚੀਜ਼ ਕਰਨੀ ਹੈ। ਜਜ਼ਬਾ ਅਤੇ ਮੇਰਾ ਇੱਕ ਮਕਸਦ ਹੈਗਾ ਸੀ ਮੇਰੇ ਕੋਲ, ਉਹ ਮਕਸਦ ਹੋਣਾ ਬਹੁਤ ਜ਼ਰੂਰੀ ਹੈ। ਅੱਛਾ, ਉੱਥੇ ਜਾ ਕੇ ਦੁਬਈ ਦੇ ਵਿੱਚ ਜਦੋਂ ਸਿਸਟਰ ਕੋਲ ਪਹੁੰਚੇ ਤਾਂ ਕੀ ਉੱਥੇ ਵੀ ਲਗਜ਼ਰੀ ਲਾਈਫ ਸੀਗੀ ਕਿ ਜਾਂ ਫਿਰ ਆਮ ਲੋਕ ਜਿੱਦਾਂ ਦੁਬਈ ਨੂੰ ਜਾਂਦੇ ਨੇ ਤਾਂ ਉੱਥੇ ਮਜ਼ਦੂਰੀ ਵੀ ਕਰਨੀ ਪੈਂਦੀ ਹੈ ਉਹਨਾਂ ਨੂੰ, ਕਿ ਉਹ ਕੰਮ ਜਾ ਕੇ ਕੀਤੇ ਫਿਰ ਤੁਸੀਂ? ਮੈਂ ਸਿਸਟਰ ਦੇ ਕੋਲ ਨਹੀਂ ਰਿਹਾ ਅਤੇ ਨਾ ਹੀ ਮੈਂ ਉਹਦੀ ਲਾਈਫ ਦੇ ਅੰਦਰ ਇੰਟਰਫੇਅਰ ਕੀਤਾ। ਬਟ ਜਾਣ ਤੋਂ ਬਾਅਦ ਬੱਸ ਜੋਗੇ ਪੈਸੇ ਨਹੀਂ ਹੁੰਦੇ ਸੀ ਅਤੇ ਦੁਪਹਿਰੀ ਜਿਹੜਾ ਜੂਨ ਦੇ ਮਹੀਨੇ ਦੇ ਅੰਦਰ 50 ਤੋਂ ਉੱਪਰ ਡਿਗਰੀ ਉਹਦਾ ਟੈਂਪਰੇਚਰ ਹੁੰਦਾ ਅਤੇ 2-2 3-3 ਕਿਲੋਮੀਟਰ ਪੈਦਲ ਚੱਲੇ ਹਾਂ। ਅਤੇ ਉਹਦੇ ਨਾਲ ਫਿਰ ਪਤਾ ਇੱਕ ਲੱਗਦਾ ਹੈ ਕਿ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਅੰਦਰ ਜਦੋਂ ਤੁਸੀਂ ਕਾਰਾਂ ਦੇ ਅੰਦਰ ਬਹਿੰਦੇ ਹੋ ਜਾਂ ਜੋ ਚੀਜ਼ ਉਹਦੀ ਵੈਲਿਊ ਹੋਣੀ ਸ਼ੁਰੂ ਹੁੰਦੀ ਹੈ। ਅਤੇ ਮੈਂ ਉਹ ਸਾਰੀ ਚੀਜ਼ਾਂ ਕੀਤੀਆਂ ਜੋ ਇੱਕ ਮਿਹਨਤ ਕਰਨ ਵਾਸਤੇ ਸਟਾਰਟਿੰਗ ਪੁਆਇੰਟ ਮੈਨੂੰ ਕੋਈ ਬੈਂਚਮਾਰਕ ਨਹੀਂ ਮਿਲਿਆ, ਕੋਈ ਮੇਰਾ ਗੋਡਫਾਦਰ ਨਹੀਂ ਸੀ, ਕਿਸੇ ਨੂੰ ਮੈਂ ਜਾਣਦਾ ਨਹੀਂ ਸੀ। ਅਤੇ ਜੋ ਚੀਜ਼ ਅਗਰ ਕਰਨੀ ਹੈ ਤਾਂ ਮੈਂ ਖੁਦ ਹੀ ਕਰਨੀ ਹੈ। ਅਤੇ ਉਸ ਕਰਕੇ ਹਾਰਡਸ਼ਿਪਸ ਜ਼ਰੂਰੀ ਸੀ। ਬੱਸ ਜੋਗੇ ਪੈਸੇ ਨਹੀਂ ਹੈ, ਖਾਣ ਜੋਗੇ ਪੈਸੇ ਨਹੀਂ, ਉਹ ਸਾਰੀ ਚੀਜ਼ਾਂ ਦੇਖੀਆਂ। ਇਸ ਵੇਲੇ ਤਾਂ ਗਰੁੱਪ ਆਫ ਕੰਪਨੀਜ਼ ਨੇ ਤੁਹਾਡੇ ਕੋਲ। ਸਫਲਤਾ ਦੀ ਪੌੜੀ ਫਿਰ ਕਿਸ ਤਰੀਕੇ ਨਾਲ ਚੜ੍ਹੀ? ਕਿਸੇ ਨੇ ਬਾਂਹ ਫੜੀ ਸੀਗੀ ਉੱਥੇ ਜਾ ਕੇ ਕਿ ਜਾਂ ਫਿਰ ਤੁਹਾਨੂੰ ਹੀ ਬਿਜ਼ਨਸ ਦਾ ਗੁਣ ਤਾਂ ਚਲੋ ਘਰੋਂ ਹੀ ਮਿਲਿਆ ਤਾਂ ਫਿਰ ਉੱਥੇ ਜਾ ਕੇ ਇਹ ਗੁਣ ਕੰਮ ਆਇਆ? ਬਿਜ਼ਨਸ ਦਾ ਗੁਣ ਐਂਟਰਪ੍ਰੇਨਿਓਰਸ਼ਿਪ ਡੈਫੀਨੇਟਲੀ, ਕਿਉਂਕਿ ਅਗਰ ਤੁਹਾਡਾ ਕੋਈ ਗੋਡਫਾਦਰ ਨਹੀਂ ਹੁੰਦਾ, ਨੌਲੇਜ ਇੱਕ ਇਹੋ ਜਿਹੀ ਚੀਜ਼ ਹੈ ਜੋ ਕਦੀ ਰੁਕਦੀ ਨਹੀਂ। ਅਤੇ ਨੌਲੇਜ ਜੇ ਤੁਸੀਂ ਗੇਨ ਕਰਦੇ ਹੋ, ਮੇਰੀ ਨਜ਼ਰ ਦੇ ਅੰਦਰ ਅੱਜ ਤੁਸੀਂ ਜਿਹੜੀ ਕਿਤਾਬਾਂ ਪੜ੍ਹਦੇ ਹੋ ਸਕੂਲ ਦੇ ਅੰਦਰ, ਜੋ ਤੁਸੀਂ ਮੈਂ ਵੀ ਪੜ੍ਹੀਆਂ, ਮੈਂ ਇੰਗਲਿਸ਼ ਲਿਟਰੇਚਰ ਦੇ ਅੰਦਰ ਗ੍ਰੈਜੂਏਟ ਹੈਗਾ, ਅਤੇ ਉਹ ਪੜ੍ਹਨ ਦੇ ਨਾਲ ਕਾਫੀ ਚੀਜ਼ਾਂ ਜਿਹੜੀ ਤੁਹਾਡੀ ਸਟਾਰਟਿੰਗ ਪੁਆਇੰਟ ਜ਼ਰੂਰ ਹੋ ਸਕਦਾ, ਲੇਕਿਨ ਤੁਹਾਡੀ ਲਾਈਫ ਬਣਦੀ ਹੈ ਪ੍ਰੈਕਟੀਕਲ ਨੌਲੇਜ ਨਾਲ। ਜੋ ਤੁਸੀਂ ਕੰਮ ਕਰਦੇ ਹੋ ਜਾਂ ਸਿੱਖਣ ਦੀ ਜਾਚ ਹੈਗੀ ਹੈ, ਭਾਵੇਂ ਕੋਈ ਸਕਿਲਡ ਵਰਕਰ ਹੋਏ, ਅਗਰ ਅੱਜ ਜਾ ਕੇ ਸਾਡੇ ਉੱਥੇ ਕਾਫੀ ਇੱਥੇ ਲੋਕ, ਮੈਨੂੰ ਵੀ ਇੱਕ ਤਰੀਕੇ ਨਾਲ ਸੈਗਮੈਂਟਡ ਕੀਤਾ ਜਾਂਦਾ, ਕਿਉਂਕਿ ਇੱਕ ਅਗਰ ਦਸਤਾਰ ਦੇਖੋ, ਜ਼ਿਆਦਾਤਰ ਲੋਕ ਸਮਝਦੇ ਕਿ ਤੂੰ ਕਾਰਪੈਂਟਰ ਹੈ। ਅਤੇ ਉਸ ਤਰੀਕੇ ਨਾਲ ਅਗਰ ਤੁਸੀਂ ਸੈਗਮੈਂਟਡ ਹੋ, ਅਗਰ ਕੋਈ ਵੀ ਕੰਮ ਕਰਦੇ ਹੋ, ਉਹਨੂੰ ਅਗਰ ਪੂਰੀ ਨਿਸ਼ਠਾ ਨਾਲ ਅਤੇ ਉਹਨੂੰ ਸਿੱਖਣ ਦੀ, ਉਹਨੂੰ ਇੱਕ ਤਰੀਕੇ ਨਾਲ ਗਰੋ ਕਰਨ ਦੀ ਕੋਸ਼ਿਸ਼ ਕਰਦੇ ਹੋ, ਅਤੇ ਮੈਨੂੰ ਲੱਗਦਾ ਹੈ ਕਿ ਇੱਕ ਨੌਲੇਜ ਜਿਹੜੀ ਹੈ ਉਹ ਗੇਨ ਕਦੀ ਵੀ ਰੁਕਦੀ ਨਹੀਂ। ਭਾਵੇਂ ਕੋਈ ਵੀ ਤੁਹਾਡਾ ਏਜ ਹੋਏ, ਭਾਵੇਂ ਕਿਸੇ ਵੀ ਮੁਕਾਮ 'ਤੇ ਤੁਸੀਂ ਹੋ, ਨੌਲੇਜ ਲੈਣੀ ਚਾਹੀਦੀ ਹੈ। ਅਤੇ ਮੈਨੂੰ ਇਸ ਚੀਜ਼ ਬਾਰੇ ਬਹੁਤ ਇੱਕ ਸਟਾਰਟਿੰਗ ਪੁਆਇੰਟ ਮਿਲਿਆ ਕਿ ਨੌਲੇਜ ਗੇਨ ਕਰੋ, ਕਰਦੇ ਇੱਕ ਸਿਰਾ ਲੱਭਿਆ ਤਾਂ ਦੂਜਾ ਲੱਭ ਲਿਆ। ਫਿਰ ਜੇ ਮੈਂ ਉੱਥੇ ਮੇਨਲੀ ਗੱਲ ਕਰਾਂ, ਤੁਹਾਡੀ ਤਾਂ ਕਈ ਕੰਪਨੀਆਂ ਨੇ, ਪਰ ਮੁੱਖ ਤੌਰ ਦੇ ਉੱਪਰ ਤੁਹਾਡਾ ਉੱਥੇ ਕਿਸ ਚੀਜ਼ ਦਾ ਕੰਮ ਹੈ? ਹੁਣ ਅਸੀਂ ਐਂਡ ਟੂ ਐਂਡ ਸਰਵਿਸ ਦਿੰਦੇ ਹਾਂ। ਐਂਡ ਟੂ ਐਂਡ ਸਰਵਿਸ ਹੁੰਦੀ ਹੈ ਜੀ ਕਿ ਮੈਂ ਸਟ੍ਰੈਟਜੀ ਅਸੀਂ ਬਣਾਉਂਦੇ ਹਾਂ ਕਿ ਅੱਜ ਅਗਰ ਤੁਸੀਂ ਇੱਕ ਬ੍ਰਾਂਡ ਹੋ ਜਾਂ ਗਵਰਨਮੈਂਟ ਦਾ ਇਨੀਸ਼ੀਏਟਿਵ ਹੈ, ਉਹਨੂੰ ਅਸੀਂ ਸਕਸੈਸਫੁਲ ਕਿੱਦਾਂ ਬਣਾਉਣਾ ਹੈ, ਉਹ ਰਾਈਟ ਇੱਕ ਆਡੀਅנס ਤੱਕ ਕਿੱਦਾਂ ਪਹੁੰਚਣਾ ਹੈ, ਉਹ ਡੇਟਾ ਕਿਸ ਤਰੀਕੇ ਨਾਲ ਟੈਪ ਕਰਨਾ ਹੈ, ਟੈਕਨੋਲੋਜੀ ਉਹਦੇ ਨਾਲ ਕਿੱਦਾਂ ਐਮਬੈਡ ਕਰਨੀ ਹੈ, ਅਤੇ ਕਮਿਊਨਿਟੀ ਕਿੱਦਾਂ ਬਣਾਉਣੀ ਹੈ। ਅਤੇ ਅਸੀਂ ਐਂਡ ਟੂ ਐਂਡ ਸਰਵਿਸ ਪ੍ਰੋਵਾਈਡਰਸ ਹੈਗੇ ਹਾਂ, ਜਿਹੜੇ ਅੰਦਰ ਸਾਡਾ ਇਵੈਂਟਸ ਵੀ ਆਉਂਦੇ ਨੇ, ਮਾਰਕੀਟਿੰਗ ਵੀ ਆਉਂਦੀ ਹੈ ਅਤੇ ਸਟ੍ਰੈਟਜੀ ਵੀ ਆਉਂਦੀ ਹੈ। ਉਹਦੇ ਕਰਕੇ ਇੱਕ ਕ੍ਰੀਏਟਿਵ ਐਂਗਲ ਬਹੁਤ ਜ਼ਰੂਰੀ ਹੈ। ਜੋ ਚੀਜ਼ ਤੁਸੀਂ ਕਰਦੇ ਹੋ ਉਹਨੂੰ ਹਰ ਵਾਰੀ ਤੁਸੀਂ ਇੱਕ ਨਵਾਂ ਵਰਕਾ ਲੈਂਦੇ ਹੋ। ਹਰ ਤਰੀਕੇ ਨੂੰ ਅਸੀਂ ਕਿਸੇ ਵੀ ਚੀਜ਼ ਨੂੰ ਅਸੀਂ ਕੋਈ ਕੰਮ ਦੇਖਦੇ ਹਾਂ, ਉਹਨੂੰ ਬਿਸਪੋਕ ਰੱਖਣਾ। ਬਿਸਪੋਕ ਮਤਲਬ ਕਿ ਕਦੀ ਵੀ ਅਸੀਂ ਰਿਪੀਟ ਨਹੀਂ ਕਰਦੇ, ਕਿ ਮੇਡ ਟੂ ਜਿਹੜਾ ਇੱਕ ਤਰੀਕਾ ਹੈਗਾ, ਗਵਰਨਮੈਂਟ ਦਾ ਇੱਕ ਇਨੀਸ਼ੀਏਟਿਵ ਹੈ ਕਿ ਉੱਥੇ ਦੇ ਜਿਹੜਾ ਯੂਥ ਹੈਗਾ ਉਹਨਾਂ ਨੂੰ ਜੋੜਨਾ ਹੈ। ਉਹ ਕਿਸ ਤਰੀਕੇ ਨਾਲ ਜੋੜੀਏ, ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਇਹ ਪਹੁੰਚਾਈਏ, ਉਹਨਾਂ ਨੂੰ ਇੱਕ ਤਰੀਕੇ ਦਾ ਅਹਿਸਾਸ ਹੋਣਾ, ਪ੍ਰਾਊਡ ਫੀਲ ਕਰਨਾ ਕਿ ਉਹ ਇਮਰਾਤੀ ਨੇ, ਉਹ ਪ੍ਰਾਊਡ ਫੀਲ ਕਰਨਾ ਕਿ ਕਿਸ ਤਰੀਕੇ ਨਾਲ ਉਹ ਜਿਹੜਾ ਉਹਨਾਂ ਦਾ ਕਲਚਰ ਹੈ, ਉਹਨਾਂ ਦਾ ਜਿਹੜਾ ਬੈਕਗਰਾਊਂਡ ਹੈ, ਉਹ ਲੈਗੇਸੀ ਹੈ, ਉਹ ਇਨਫਿਊਜ਼ ਕਰਨਾ। ਉਹ ਇੱਕ ਸਿੱਧਾ ਤਰੀਕਾ ਨਹੀਂ ਹੈ, ਉਹਦੇ ਕਰਕੇ ਕੀ ਪੂਰੀ ਸਟ੍ਰੈਟਜੀ ਬਣਦੀ ਹੈ, ਅਤੇ ਅਸੀਂ ਉਹ ਪੂਰਾ ਕੰਮ ਕਰਦੇ ਹਾਂ ਐਂਡ ਟੂ ਐਂਡ। ਜਿਸ ਵੇਲੇ ਤੁਸੀਂ ਗਏ ਹੋ 20 ਸਾਲ ਪਹਿਲਾਂ ਦੁਬਈ ਦੇ ਵਿੱਚ ਜਾ ਕੇ ਕਾਰੋਬਾਰ ਆਪਣਾ ਸ਼ੁਰੂ ਕੀਤਾ, ਮਿਹਨਤ ਕਰਨੀ ਸ਼ੁਰੂ ਕੀਤੀ, ਤਾਂ ਉਸ ਸਮੇਂ ਦਸਤਾਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਰਹੀਆਂ ਨੇ ਉੱਥੇ, ਕਿਉਂਕਿ ਦਸਤਾਰਧਾਰੀ ਨੂੰ
ਬਹੁਤ ਕੁਝ ਕਹਿੰਦੇ ਰਿਹਾ, ਮੈਂ ਹਾਲਾਂਕਿ ਉਹ ਸ਼ਬਦ ਤਾਂ ਨਹੀਂ ਵਰਤੂੰਗਾ, ਪਰ ਉਹ ਚੁਣੌਤੀਆਂ ਨੂੰ ਤੁਸੀਂ ਫਿਰ ਕਿਵੇਂ ਟੈਕਲ ਕੀਤਾ? ਕਿਉਂਕਿ ਅੱਜ ਦਾ ਤੁਹਾਡੀ ਪਹਿਚਾਣ ਹੀ ਇੱਕ ਸਿੱਖ ਵਜੋਂ ਹੁੰਦੀ ਹੈ, ਦਸਤਾਰ ਤੁਹਾਡੀ ਪਹਿਚਾਣ, ਤੇ ਇਹ ਚੀਜ਼ਾਂ ਨੂੰ ਟੈਕਲ ਕਿਵੇਂ ਕੀਤਾ ਤੇ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਆਉਂਦੀਆਂ ਰਹੀਆਂ ਤੁਹਾਨੂੰ? ਸਟਾਰਟਿੰਗ ਪੁਆਇੰਟ ਜਦੋਂ ਮੈਂ ਗਿਆ ਤੇ ਉਹ 9/11 ਹੋਇਆ ਹੀ ਸੀ ਹਲੇ, ਤੇ ਉਹਦੇ ਕਰਕੇ ਕਾਫੀ ਸੈਗਮੈਂਟਡ ਹੋ ਜਾਂਦੇ ਹਾਂ ਅਸੀਂ, ਕਿਉਂਕਿ ਇਨਫੋਰਮੇਸ਼ਨ ਨਹੀਂ ਹੈਗੀ। ਇਨਫੋਰਮੇਸ਼ਨ ਨਾ ਹੋਣ ਕਰਕੇ ਇੱਕ ਸਿੱਖ ਕੀ ਹੁੰਦਾ ਹੈ, ਇੱਕ ਦਸਤਾਰ ਕਿਉਂ ਸਜਾਈ ਜਾਂਦੀ ਹੈ, ਇਸ ਬਾਰੇ ਇਨਫੋਰਮੇਸ਼ਨ ਨਾ ਹੋਣ ਕਰਕੇ ਕਈ ਜਗ੍ਹਾ 'ਤੇ ਕਨਫਿਊਜ਼ਨ ਰਹਿੰਦੀ ਹੈ। ਬਹੁਤ ਥਾਂ ਇਹ ਚੀਜ਼ ਦੇਖੀ ਜਾਂਦੀ ਹੈ। ਅਤੇ ਮੈਨੂੰ ਜਦ ਜੋਬ ਲੱਭ ਰਿਹਾ ਸੀ ਤਾਂ ਕਈ ਲੋਕਾਂ ਨੇ ਮੈਨੂੰ ਇਹ ਵੀ ਆਫਰ ਕੀਤਾ ਕਿ ਤੂੰ ਅਗਰ ਦਸਤਾਰ ਹਟਾ ਦਿੰਦਾ ਹੈ ਤੇ ਸ਼ਾਇਦ ਤੈਨੂੰ ਜੋਬ ਦੇ ਦਾਂਗੇ ਅਸੀਂ। ਅਤੇ ਉਸ ਵਕਤ ਇਹ ਬਹੁਤ ਇੰਪੋਰਟੈਂਟ ਸੀ। ਮੈਂ ਅੱਜ ਬਹੁਤ ਇੱਕ ਰਿਸਪੈਕਟਫੁਲੀ ਕਹਿੰਦਾ ਕਿ ਮੈਂ 10ਵੀਂ ਪਾਤਸ਼ਾਹੀ ਦਾ ਇੱਕ ਤਰੀਕੇ ਦਾ ਮਤਲਬ ਮੇਰੀ ਜ਼ਿੰਦਗੀ ਦਾ ਇੱਕ ਮਕਸਦ ਵੀ ਉਸੇ ਤਰੀਕੇ ਦਾ ਕਿ ਉਹਨਾਂ ਨੂੰ ਫੋਲੋ ਕਰਦਾ ਮੈਂ। ਅਤੇ ਜਦੋਂ ਇਹ ਚੀਜ਼ ਜਜ਼ਬਾ ਅੰਦਰ ਆਉਂਦਾ ਹੈ ਨਾ, ਤਾਂ ਉਹ ਜਜ਼ਬਾ ਇਹ ਆਉਂਦਾ ਹੈ ਕਿ ਬਈ ਕਿਸੇ ਵੀ ਚੀਜ਼ ਨੂੰ ਫੇਸ ਕਰਨ ਦਾ ਇੱਕ ਉਹ ਆ ਜਾਂਦਾ। ਅਤੇ ਫੇਸ ਕੀਤਾ। ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਕਿਉਂਕਿ ਅਗਰ ਤੁਸੀਂ ਸੈਗਮੈਂਟਡ ਵੀ ਹੋ ਕਿ ਤੁਸੀਂ ਤਾਂ ਸਿਰਫ ਕਾਰਪੈਂਟਰੀ ਕਰ ਸਕਦੇ ਹੋ, ਦਿਮਾਗੀ ਕੰਮ ਤੁਹਾਡਾ ਨਹੀਂ ਹੈਗਾ, ਜਾਂ ਇਸ ਤਰੀਕੇ ਦਾ ਕਿਸੇ ਤਰੀਕੇ ਦਾ ਵੀ ਜਿਹੜਾ ਸੈਗਮੈਂਟ ਹੈ, ਉਹ ਸਟੀਰੀਓਟਾਈਪ ਬ੍ਰੇਕ ਕਰਨ ਵਾਸਤੇ ਮਿਹਨਤ ਜ਼ਰੂਰੀ ਹੈ। ਕੋਈ ਵੀ ਚੀਜ਼ ਤੁਹਾਨੂੰ ਹਾਸਿਲ ਇੱਦਾਂ ਨਹੀਂ ਹੁੰਦੀ ਕਿ ਤੁਸੀਂ ਜਾ ਕੇ ਗੱਲ ਕਰੋ ਅਤੇ ਗੱਲ ਨਾਲ ਹੋ ਜਾਏ। ਤੁਸੀਂ ਆਪਣੇ ਪ੍ਰੂਵ ਕਰਦੇ ਹੋ ਆਪਣੇ ਐਕਸ਼ਨਸ ਦੇ ਨਾਲ। ਕੋਈ ਇੱਕ ਗੱਲ ਤੁਹਾਨੂੰ ਯਾਦ ਆਉਂਦੀ ਹੋਵੇ, ਕਿਉਂਕਿ ਤੁਹਾਡਾ ਤਜਰਬਾ ਸਾਡੇ ਲਈ ਬਹੁਤ ਕੰਮ ਆਊਗਾ ਜੇ ਤੁਸੀਂ ਸੁਣਾਓਗੇ ਦਸਤਾਰ ਨੂੰ ਲੈ ਕੇ। ਜੇਕਰ ਉੱਥੋਂ ਦੇ ਕਿਸੇ ਵਿਅਕਤੀ ਨੇ ਜਾਂ ਕਿਸੇ ਕੰਪਨੀ ਨੇ ਤੁਹਾਨੂੰ ਕਿਹਾ ਹੋਵੇ ਕਿ ਇਹਨੂੰ ਉਤਾਰ ਦਿਓ, ਅਸੀਂ ਤੁਹਾਡੇ ਲਈ ਇਹ ਆਫਰ ਰੱਖ ਦਿੰਦੇ ਹਾਂ, ਕੋਈ ਇੱਕ ਗੱਲ ਜਿਹਨੇ ਤੁਹਾਡੀ ਜ਼ਿੰਦਗੀ 'ਚ ਬਦਲਾਅ ਲਿਆਂਦਾ? ਕਿਉਂਕਿ ਦਸਤਾਰ ਨੇ ਮੈਨੂੰ ਲੱਗਦਾ ਤੁਹਾਡੀ ਜ਼ਿੰਦਗੀ 'ਚ ਸਭ ਤੋਂ ਵੱਡਾ ਬਦਲਾਅ ਲਿਆਂਦਾ, ਅਤੇ ਅੱਜ ਤੁਸੀਂ ਰਸ਼ੀਆ ਦੇ ਵਿੱਚ ਵੀ ਰਿਪਰੈਜ਼ੈਂਟ ਕਰ ਰਹੇ ਹੋ, ਗੁਰਦੁਆਰਾ ਵੀ ਉੱਥੇ ਬਣਵਾ ਰਹੇ ਹੋ, ਤਾਂ ਇਹ ਕੋਈ ਇੱਕ ਗੱਲ ਜਿਹੜੀ ਤੁਹਾਨੂੰ ਯਾਦ ਹੋਵੇ ਦਸਤਾਰ ਨਾਲ ਸੰਬੰਧਿਤ? ਬਹੁਤ ਸਿੰਪਲ ਤਰੀਕੇ ਨਾਲ ਇੱਕ ਕੰਪਨੀ ਜਿਹੜੀ ਹੈਗੀ ਸੀ ਲੈਬਨਾਨ ਤੋਂ ਬਿਲੋਂਗ ਕਰਦੀ ਹੈ, ਅਤੇ ਉਹ ਕੰਪਨੀ ਨੇ ਮੈਨੂੰ ਜਦੋਂ ਆਫਰ ਦਿੱਤਾ ਸੀ, ਉਹਨਾਂ ਨੇ ਕਿਹਾ ਸੀ ਕਿ ਬਈ ਚਲੋ ਤੇਰੀ ਜਿਹੜੀ ਇੱਕ ਬੈਕਗਰਾਊਂਡ ਹੈ, ਜੋ ਤੂੰ ਗੱਲ ਕਰ ਰਹੇ ਹੈ, ਤੇਰੀ ਗੱਲ ਦੇ ਅੰਦਰ ਤੱਥ ਹੈਗਾ, ਲੇਕਿਨ ਅਸੀਂ ਦਸਤਾਰ ਨੂੰ ਨਹੀਂ ਦੇ ਸਕਦੇ, ਅਸੀਂ ਆਪਣੀ ਕੰਪਨੀ ਨੂੰ ਰਿਪਰੈਜ਼ੈਂਟ ਨਹੀਂ ਕਰਾ ਸਕਦੇ ਕਿ ਤੂੰ ਇੱਕ ਦਸਤਾਰ ਬੰਨੀ ਹੋਈ ਹੈ, ਤੂੰ ਇੰਡੀਅਨ ਲੱਗਦਾ ਹੈ, ਜਾਂ ਤੂੰ ਇੱਕ ਕਮਿਊਨਿਟੀ ਤੋਂ ਆਉਂਦਾ ਜੋ ਐਥਨਿਕ ਹੈਗੀ ਹੈ, ਅਤੇ ਇੰਟਰਨੈਸ਼ਨਲੀ ਤੂੰ ਐਕਸੈਪਟੇਬਲ ਨਹੀਂ ਹੋਏਗਾ। ਅਤੇ ਉਸ ਚੀਜ਼ ਬਾਰੇ ਮੈਨੂੰ ਉਹ ਚੀਜ਼ ਜ਼ਰੂਰ ਲੱਗੀ ਕਿ ਜੇ ਨਹੀਂ ਹੋਵਾਂਗਾ ਤਾਂ ਹੁਣ ਤਾਂ ਹੋਵਾਂਗਾ। ਅਤੇ ਉਹ ਇੱਕ ਜਜ਼ਬਾ ਹੈਗਾ ਸੀ ਕਿ ਵੀ ਮੈਂ ਆਪਣੀ ਦਸਤਾਰ ਜਿਹੜੀ ਹੈ ਇੱਕ ਨੋਟਿਸ ਹੋਈ ਹੈ ਅਤੇ ਕਰਾਵਾਂਗੇ। ਬਾਕੀ ਦਸਤਾਰ ਦੀ ਇੱਜ਼ਤ ਬਹੁਤ ਹੈ, ਬਹੁਤ ਇੱਜ਼ਤ ਹੈ। ਉਹ ਮੇਰੇ ਕਰਕੇ ਨਹੀਂ ਹੈ, ਉਹ ਸਾਡੇ ਇੰਨੇ ਟਾਈਮ ਤੋਂ ਜਿਹੜੀ ਲੈਗੇਸੀ ਹੈਗੀ ਹੈ, ਅਸੀਂ ਉਸ ਚੀਜ਼ ਬਾਰੇ ਇੰਨਾ, ਮੈਂ ਤਾਂ ਬਹੁਤ ਫਖਰ ਮਹਿਸੂਸ ਕਰਦਾ ਕਿ ਮੈਂ ਇੱਕ ਸਿੱਖ ਹੈਗਾ। ਦਸਤਾਰ ਦੇਖੀ ਜਾਂਦੀ ਹੈ ਕਿ ਗੁਰੂ ਦਾ ਸਿੱਖ ਇੱਕ ਨਜ਼ਰ ਆਉਂਦਾ ਹੈ, ਸਭ ਤੋਂ ਅਲੱਗ ਨਜ਼ਰ ਆਉਂਦਾ ਹੈ। ਅਤੇ ਕਿਧਰੇ ਵੀ ਜਾਂਦੇ ਹਾਂ ਅਤੇ ਉੱਥੇ ਜਿਹੜੀ ਰਾਇਲ ਫੈਮਿਲੀ ਹੋਏ, ਮੇਰੀ ਮੁਲਾਕਾਤ ਜਦੋਂ ਵੀ ਜਿਸ ਤਰੀਕੇ ਨਾਲ ਵੀ ਹੋਈ, ਜਿਸ ਮੁਕਾਮ 'ਤੇ ਵੀ ਹੋਈ, ਸਿੱਧੀ ਗੱਲ ਕਰਦੇ ਨੇ, ਸਰਦਾਰ ਮਜ਼ਬੂਤ। ਇੱਕ ਤਰੀਕਾ ਉਹਨਾਂ ਦਾ ਇੱਜ਼ਤ ਕਰਨ ਦਾ ਹੈ ਕਿ ਅਸੀਂ ਮਿਹਨਤੀ ਲੋਕ ਹੁੰਦੇ ਹਾਂ। ਅਤੇ ਮੈਨੂੰ ਲੱਗਦਾ ਕਿ ਇਸ ਚੀਜ਼ ਬਾਰੇ ਲੋਕਾਂ ਨੂੰ ਅੱਜ ਦੇ ਯੂਥ ਨੂੰ ਇਹ ਸਮਝਣਾ ਵੀ ਚਾਹੀਦਾ ਕਿ ਅੱਜ ਅਗਰ ਦਸਤਾਰ ਦੀ ਇੰਨੀ ਇੱਜ਼ਤ ਹੈਗੀ, ਅੱਜ ਸਾਡਾ ਇਹ ਰਿਸਪੋਂਸੀਬਿਲਿਟੀ ਬਣਦੀ ਹੈ ਕਿ ਅਸੀਂ ਹੋਰ ਲੋਕਾਂ ਨੂੰ ਐਜੂਕੇਟ ਕਰਾਈਏ ਕਿ ਅਸੀਂ ਕੀ ਹੈਗੇ ਹਾਂ। ਅਸੀਂ ਹਿਊਮੈਨਿਟੀ ਦੇ ਇੱਕ ਪ੍ਰਚਾਰਕ ਹੈਗੇ ਹਾਂ। ਸਾਡਾ ਸਭ ਤੋਂ ਵੱਡਾ ਇੱਕ ਫਿਲਾਸਫੀ ਜਿਹੜੀ ਹੈਗੀ ਸਰਬੱਤ ਦਾ ਭਲਾ, ਇਸ ਤੋਂ ਵੱਡੀ ਕੋਈ ਗੱਲ ਹੀ ਨਹੀਂ ਹੈਗੀ। ਅੱਛਾ, ਤੁਸੀਂ ਦੱਸ ਰਹੇ ਸੀਗੇ ਕਿ ਰਸ਼ੀਆ ਦੀ ਇੱਕ ਸਟੇਟ ਦੇ ਵਿੱਚ ਵੀ ਗੁਰਦੁਆਰਾ ਤੁਸੀਂ ਸਾਹਿਬ ਬਣਾ ਰਹੇ ਹੋ, ਤਾਂ ਉਹਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਪੈਸੇ ਵੀ ਲੱਗਣੇ ਨੇ। ਐਜੀਪੀਸੀ ਦੇ ਪ੍ਰਧਾਨ ਨੂੰ ਵੀ ਤੁਸੀਂ ਮਿਲਿਆ। ਪਹਿਲਾਂ ਤਾਂ ਗੁਰਦੁਆਰੇ ਬਾਰੇ ਦੱਸੋ ਕਿ ਉਸ ਗੁਰਦੁਆਰੇ ਦੀ ਨੀਂਹ ਪੱਥਰ ਕਿਵੇਂ ਤੁਸੀਂ ਰੱਖ ਰਹੇ ਹੋ, ਅਤੇ ਜਾਂ ਕਿਸ ਤਰੀਕੇ ਨਾਲ ਉੱਥੇ ਬਣਾਉਣਾ, ਕਿਉਂਕਿ ਸਿੱਖ ਕਮਿਊਨਿਟੀ ਬਹੁਤ ਘੱਟ ਹੈ ਜਿਹੜੀ ਸਟੇਟ ਦੇ ਵਿੱਚ ਤੁਸੀਂ ਬਣਾਉਣ ਜਾ ਰਹੇ ਹੋ। ਸਿੱਖ ਕਮਿਊਨਿਟੀ ਰਸ਼ੀਆ ਦੇ ਅੰਦਰ ਕਾਫੀ CIS ਟਾਈਮ ਉੱਤੇ ਹੁੰਦੀ ਸੀ, ਜੇ ਕਿ ਬਿਜ਼ਨਸਿਸ ਵਗੈਰਾ ਜਿਹੜੇ ਸੀ ਫਲਰਿਸ਼ ਕਰਦੇ ਸੀ, ਕਾਫੀ ਇਨਵੈਸਟਰਸ ਹੈਗੇ ਸੀ ਸਿੱਖਸ, ਮੈਂ ਜਾਣਦਾ ਉਹਨਾਂ ਨੂੰ। ਬਟ ਜਦੋਂ ਵਾਈਪ ਆਫ ਹੋਇਆ ਰਸ਼ੀਆ, ਜਦੋਂ ਇੱਕ ਅਲੱਗ ਇੱਕ ਨੇਸ਼ਨ ਬਣਿਆ, ਫੈਡਰੇਸ਼ਨ ਬਣੀ, ਉਸ ਤੋਂ ਬਾਅਦ ਸਿੱਖ ਉੱਥੇ ਇੰਨੇ ਜ਼ਿਆਦਾ ਨਜ਼ਰ ਨਹੀਂ ਆਉਂਦੇ। ਉੱਥੇ ਦਾ ਜਿਹੜਾ ਇੱਕ ਲੈਂਗੁਏਜ ਦਾ ਇੱਕ ਬੈਰੀਅਰ ਹੈਗਾ। ਫਿਰ ਜਦੋਂ ਮੈਨੂੰ ਇੱਕ ਓਪਰਚੁਨਿਟੀ ਮਿਲੀ, ਮੈਂ ਸੈਂਟ ਪੀਟਰਸਬਰਗ ਸਟੇਟ ਹੈਗੀ ਜੋ ਉਹਦਾ ਰਸ਼ੀਆ ਦਾ ਕਲਚਰਲ ਕੈਪੀਟਲ ਹੈ, ਓਰੀਜਨਲ ਕੈਪੀਟਲ ਵੀ ਹੁੰਦਾ ਸੀ, ਅਤੇ ਉਹਨਾਂ ਨੇ ਮੈਨੂੰ ਆਈ ਐਮ ਦਾ ਚੇਅਰਮੈਨ, ਉਹਨਾਂ ਦੀ ਇਨਵੈਸਟਮੈਂਟ, ਉਹਨਾਂ ਦਾ ਟੂਰਿਜ਼ਮ ਅਤੇ ਉਹਨਾਂ ਦਾ ਕਲਚਰਲ ਐਕਸਚੇਂਜ ਵਾਸਤੇ ਮਿਡਲ ਈਸਟ ਰੀਜਨ ਦਾ ਮੈਂ ਚੇਅਰਮੈਨ ਹੈਗਾ। ਅਤੇ ਮੇਰਾ ਮਕਸਦ ਜਦੋਂ ਮੇਰਾ ਉੱਥੇ ਜਾਣਾ ਹੋਇਆ, ਅਤੇ ਕਾਫੀ ਲੋਕ ਜਿਗਿਆਸੂ ਹੋਏ ਕਿ ਵੀ ਜਾਣਨਾ ਵੀ ਚਾਹੁੰਦੇ ਨੇ ਕਿ ਵੀ ਕੌਣ ਆ ਅਸੀਂ, ਕਿਸ ਤਰੀਕੇ ਦਾ ਇੱਕ ਉਹ ਬਣਿਆ। ਲੇਕਿਨ ਮੈਨੂੰ ਬਹੁਤ ਪਿਆਰ ਮਿਲਿਆ ਉੱਥੇ। ਉਹਦੇ ਅੰਦਰ ਉਹਨਾਂ ਨੇ ਮੇਰਾ ਕੰਮ ਵੀ ਦੇਖਿਆ। ਉਹੀਓ ਗੱਲ ਹੈ ਕਿ ਜੇ ਤੁਸੀਂ ਅਗਰ ਗੱਲਾਂ ਨਾਲ ਗੱਲ ਪੂਰੀ ਕਰ ਸਕਦੇ ਹੋ ਤਾਂ ਉਹ ਗੱਲ ਅਲੱਗ ਹੈ, ਕੰਮ ਨਜ਼ਰ ਆਉਂਦਾ ਹੈ ਜਾਂ ਤੁਸੀਂ ਗੱਲ ਕਰਦੇ ਹੋ। ਅਸੀਂ ਅੱਛਾਈ ਵੱਲ ਗਏ, ਅਸੀਂ ਲੋਕਾਂ ਦੇ ਨਾਲ ਉੱਥੇ ਵੀ ਜੁੜੇ ਜਾ ਕੇ, ਅਤੇ ਅਸੀਂ ਕੋਸ਼ਿਸ਼ ਕੀਤੀ ਕਿ ਲੋਕ ਮਤਲਬ ਸਹੀ ਤਰੀਕੇ ਨਾਲ ਅਸੀਂ ਰਿਪਰੈਜ਼ੈਂਟ ਕਰੀਏ। ਮੈਨੂੰ 3 ਮਹੀਨੇ ਪਹਿਲੇ ਉਹਨਾਂ ਨੇ ਆਨਰਰੀ ਡਾਕਟਰੇਟ ਵੀ ਦਿੱਤੀ, ਜਿਹਦੇ ਨਾਲ ਕਿ ਇੱਕ ਮੈਂ ਪਹਿਲਾ ਸਿੱਖ ਹਾਂ ਜਿਹੜੀ ਫੈਡਰਲ ਯੂਨੀਵਰਸਿਟੀ ਤੋਂ ਮੈਨੂੰ ਆਨਰਰੀ ਡਾਕਟਰੇਟ ਮਿਲੀ ਹੈ। ਅਤੇ ਇਟਸ ਅ ਪ੍ਰਾਊਡ ਮੂਮੈਂਟ, ਨਾਟ ਓਨਲੀ ਐਜ਼ ਅ ਸਿੱਖ ਬਟ ਐਜ਼ ਐਨ ਇੰਡੀਅਨ ਐਜ਼ ਵੈਲ। ਕਿ ਉਸ ਸਟੇਟ ਦੇ ਵਿੱਚ ਜਦੋਂ ਇਸ ਗੁਰਦੁਆਰੇ ਦੀ ਜ਼ਿਕਰ ਆਉਂਦਾ ਤਾਂ ਸੁਭਾਵਿਕ ਹੈ ਕਿ ਸਿੱਖ ਜਿਹੜੇ ਉੱਥੋਂ ਦੇ ਹੈਗੇ ਉਹ ਤਾਂ ਬਹੁਤ ਖੁਸ਼ ਹੋਏ ਹੋਣਗੇ, ਪਰ ਜਿਹੜੇ ਉੱਥੋਂ ਦੀ ਕਮਿਊਨਿਟੀ ਹੈਗੀ, ਰਸ਼ੀਅਨ ਹੈਗੇ ਨੇ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਇਸ ਤਰੀਕੇ ਨਾਲ ਉੱਥੇ ਗੁਰਦੁਆਰਾ ਬਣ ਰਿਹਾ, ਉਹਨਾਂ ਦਾ ਰਿਸਪੌਂਸ ਕਿਹੋ ਜਿਹਾ ਸੀ?
ਪਹਿਲੇ ਤਾਂ ਉੱਥੇ ਪੇਪਰ ਵਰਕ ਡਾਕੂਮੈਂਟੇਸ਼ਨ ਰੈਡ ਟੇਪ ਬਹੁਤ ਹੈਗਾ ਅਤੇ ਉਹਦੇ ਕਰਕੇ ਮੈਨੂੰ 8-9 ਮਹੀਨੇ ਲੱਗ ਗਏ। ਉਹਨਾਂ ਨੇ ਮੈਨੂੰ ਪੁੱਛਿਆ ਅਤੇ ਮੈਂ ਕਿਹਾ ਮੈਂ ਚਾਹੁੰਦਾ, ਕਿਉਂਕਿ ਮੈਂ ਕਿਸੇ ਵੀ ਕੰਟਰੀ ਦੇ ਅੰਦਰ ਜਦੋਂ ਜਾਂਦਾ ਸਭ ਤੋਂ ਪਹਿਲਾਂ ਮੇਰਾ ਇਹੋ ਹੁੰਦਾ ਕਿ ਵੀ ਲਾਈਕ ਇੱਥੇ ਦੇਖੀਏ ਗੁਰੂ ਘਰ ਕਿੱਥੇ ਹੈ। ਅਤੇ ਜਦੋਂ ਮੈਂ ਉੱਥੇ ਗਿਆ ਸੈਂਟ ਪੀਟਰਸਬਰਗ, ਗੁਰੂ ਘਰ ਨਹੀਂ ਹੈਗਾ ਸੀ। ਦੂਜੀ ਗੱਲ, ਇੱਕ ਗੁਰੂ ਘਰ ਜਿਹੜਾ ਹੈਗਾ ਉਹ ਇੱਕ ਸਥਾਪਨਾ, ਇੱਕ ਇਹੋ ਜਿਹੀ ਇੱਕ ਪਲੈਟਫਾਰਮ ਹੈਗਾ ਜਿਹੜਾ ਹਿਊਮੈਨਿਟੀ ਨੂੰ ਰਿਪਰੈਜ਼ੈਂਟ ਕਰਦਾ। ਅਤੇ ਜਦੋਂ ਮੈਂ ਵਿਚਾਰ ਆਪਣੇ ਸ਼ੇਅਰ ਕੀਤੇ ਅਤੇ ਉਹਨਾਂ ਨੇ ਕਿਹਾ ਠੀਕ ਹੈ, ਇਹਦਾ ਇੱਕ ਸਿਸਟਮ ਹੁੰਦਾ, ਮਿਨਿਸਟਰੀ ਆਫ ਜਸਟਿਸ ਹੈਗਾ, ਟੋਲਰੈਂਸ ਉਹਨਾਂ ਦਾ ਇੱਕ ਦੇਖਦੇ ਨੇ ਕਿ ਦੇ ਹੈਵ ਟੂ ਬੀ ਵੈਰੀ ਕਲੀਅਰ ਕਿ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ ਕਿ ਅਗਰ ਤੁਸੀਂ ਕੋਈ ਰਿਲੀਜੀਅਸ ਪ੍ਰਚਾਰ ਕਰ ਰਹੇ ਹੋ, ਤੁਸੀਂ ਕਨਵਰਜਨ ਉੱਤੇ ਨਹੀਂ ਗੱਲ ਕਰਦੇ ਹੋ ਤੁਸੀਂ। ਮੈਂ ਕਿਹਾ ਸਾਡਾ ਨਾ ਤਾਂ ਸਾਡਾ ਮਕਸਦ ਹੈਗਾ ਅਤੇ ਨਾ ਹੀ ਇਹ ਸਾਡਾ ਪਲੈਟਫਾਰਮ ਹੁੰਦੇ ਨੇ, ਬਟ ਅਗਰ ਇਹ ਚੀਜ਼ ਹੁੰਦੀ ਹੈ ਤਾਂ ਕਲਚਰਲੀ ਜਿਹੜੇ ਹੈ ਤੁਸੀਂ ਇੱਕ ਐਕਸੈਪਟੇਬਲ ਹੁੰਦੇ ਹੋ, ਟੋਲਰੈਂਟ ਅਗਰ ਸੁਸਾਇਟੀ ਦਿਖਾਉਂਦੇ ਹੋ ਤਾਂ ਲੋਕ ਵੀ ਤੁਹਾਡੇ ਨਾਲ ਜੁੜਨਗੇ। ਅਤੇ ਸਿੱਖ ਉੱਥੇ ਬਹੁਤ ਘੱਟ ਨੇ, ਇੰਡੀਅਨ ਕਮਿਊਨਿਟੀ ਵੀ ਬਹੁਤ ਘੱਟ ਹੈ, ਮਤਲਬ ਇੰਨੇ ਜ਼ਿਆਦਾ ਨਹੀਂ ਹੈ, ਬਟ ਲੇਕਿਨ ਇੱਕ ਤਰੀਕੇ ਨਾਲ ਇੱਕ ਸਟਾਰਟਿੰਗ ਪੁਆਇੰਟ ਜਦੋਂ ਹੁੰਦਾ ਨਾ ਤਾਂ ਫਿਰ ਇੱਕ ਮਾਹੌਲ ਬਣ ਜਾਂਦਾ ਹੈ ਕਿ ਜਦੋਂ ਓਪਨਨੈਸ ਹੋ ਜਾਂਦੀ ਹੈ। ਹਾਲੇ ਕਾਫੀ ਵਾਰੀ ਮੇਰੇ ਕੋਲ ਵੀ ਲੋਕ ਪੁੱਛਦੇ ਨੇ ਕਿ ਰਸ਼ੀਆ ਸੇਫ ਹੈਗਾ, ਰਸ਼ੀਆ ਜਾ ਸਕਦੇ ਨਹੀਂ ਜਾ ਸਕਦੇ। ਜਦੋਂ ਇੱਕ ਤੁਸੀਂ ਇੱਕ ਤਰੀਕੇ ਦਾ ਇੱਕ ਸਿੰਬੋਲਿਕ ਤੁਸੀਂ ਦੱਸ ਦਿਓ, ਉਹਨਾਂ ਵਾਸਤੇ ਵੀ ਇੱਕ ਬਹੁਤ ਚੰਗੀ ਗੱਲ ਹੈ ਕਿ ਵੀ ਐਕਸੈਪਟ ਯੂ। ਐਕਸੈਪਟੈਂਸ ਹੋਣਾ ਬਹੁਤ ਜ਼ਰੂਰੀ ਹੈ। ਅਤੇ ਮੈਨੂੰ ਹੁਣੇ ਜਦੋਂ ਲੱਭਿਆ ਕਿ ਵੀ ਹੋ ਗਿਆ, ਅਪਰੂਵਲ ਹੋ ਗਿਆ, ਅਤੇ ਫਿਰ ਮੈਨੂੰ ਦੱਸਿਆ ਗਿਆ ਕਿ ਐਸੋਸੀਏਸ਼ਨ ਬਣਾਉਣੀ ਹੈ। 15 ਲੋਕਾਂ ਦੀ ਐਸੋਸੀਏਸ਼ਨ ਬਣਾ ਕੇ ਅਸੀਂ ਪਰਚਾ ਪਾ ਦਿੱਤਾ ਅਤੇ ਉਹਨਾਂ ਨੇ ਅਪਰੂਵਲ ਦੇ ਦਿੱਤਾ। ਇੰਡੀਅਨ ਕਾਉਂਸਲੇਟ ਨੇ ਕਾਫੀ ਸਪੋਰਟ ਕੀਤੀ, ਉਹ ਵੀ ਕਾਫੀ ਸਪੋਰਟਿਵ ਹੈਗੇ। ਕਹਿੰਦੇ ਇਹ ਚੀਜ਼ ਹੋ ਜਾਏ ਤਾਂ ਬਹੁਤ ਵੱਡੀ ਗੱਲ ਹੈ, ਜੋ ਕਿ ਹੋਈ। ਹੁਣ ਸਿਰਫ ਇਹ ਕਿ ਜਦੋਂ ਤੁਸੀਂ ਜਾਂਦੇ ਹੋ ਰਸ਼ੀਆ, ਇੱਕ ਵਾਰੀ ਇੱਕ ਹਾਦਸਾ ਜਾਂ ਇੱਕ ਤਰੀਕੇ ਨਾਲ ਇੱਕ ਇਨਸੀਡੈਂਟ ਹੈਗਾ ਕਿ ਜਦੋਂ ਮੈਨੂੰ ਸਿਰਫ ਮਾਸਕੋ ਮੈਂ ਲੈਂਡ ਕੀਤਾ ਅਤੇ ਮੈਨੂੰ, ਮੈਂ ਸਟੇਟ ਗੈਸਟ ਹੈਗਾ ਸੀ ਕਿ 2 ਘੰਟੇ ਵਾਸਤੇ ਮੈਨੂੰ ਅਲੱਗ ਲੈ ਕੇ ਗਏ ਪੁੱਛਤਾਛ ਇਸ ਕਰਕੇ, ਕਿਉਂਕਿ ਮੈਂ ਸ਼ਾਇਦ ਕਿੱਦਾਂ ਲੱਗਦਾ। ਇਹ ਚੀਜ਼ ਮੈਂ ਚੇਂਜ ਕਰਨਾ ਚਾਹੁੰਦਾ ਵਰਲਡ ਓਵਰ। ਇਹ ਚੀਜ਼ ਮੈਂ ਚਾਹੁੰਦਾ ਕਿ ਅਗਰ ਅੱਜ ਮੇਰੇ ਵਰਗੇ ਸੇਵਾਦਾਰ ਕਿਧਰੇ ਵੀ ਹੈਗੇ ਨੇ, ਅਸੀਂ ਇਹ ਕੋਸ਼ਿਸ਼ ਕਰੀਏ ਕਿ ਲੋਕਾਂ ਨੂੰ ਹੋਰ ਜਾਣਕਾਰ ਬਣਾਈਏ ਕਿ ਇੱਕ ਟਰਬਨ, ਇੱਕ ਦਸਤਾਰ ਕੀ ਚੀਜ਼ ਹੁੰਦੀ ਹੈ। ਸਿੱਖਾਂ ਦੀ ਜੋ ਅਸਲ ਪਹਿਚਾਣ ਆ, ਤੁਸੀਂ ਉਸ ਚੀਜ਼ ਨੂੰ ਦੁਬਾਰਾ ਮੁੜ ਲਿਆਉਣਾ ਚਾਹੁੰਦੇ ਹੋ, ਬਰਕਰਾਰ ਰੱਖਣਾ ਚਾਹੁੰਦੇ ਹੋ। ਜੀ ਜੀ। ਅੱਛਾ, ਇਹਦੇ ਵਿੱਚ ਇਹ ਵੀ ਗੱਲ ਹੈ ਕਿ ਗੁਰੂ ਘਰ ਦੀ ਮਰਿਆਦਾ ਹੁੰਦੀ ਹੈ ਇੱਕ, ਚਾਹੇ ਉਹ ਵਿਦੇਸ਼ 'ਚ ਹੈ, ਚਾਹੇ ਉਹ ਪੰਜਾਬ ਦੇ ਵਿੱਚ, ਚਾਹੇ ਪੰਜਾਬ ਤੇ ਹੋਰ ਬਾਕੀ ਵੱਖ ਸਟੇਟਾਂ ਦੇ ਵਿੱਚ ਹੈਗੀ ਇੰਡੀਆ 'ਚ, ਤਾਂ ਉਹ ਗੁਰੂ ਘਰ ਦੀ ਮਰਿਆਦਾ ਨੂੰ ਬਰਕਰਾਰ ਉੱਥੇ ਤੁਸੀਂ ਰੱਖ ਪਾਓਗੇ ਕਿਸ ਤਰੀਕੇ ਨਾਲ? ਕਿਉਂਕਿ ਤੁਸੀਂ SGPC ਦੇ ਪ੍ਰਧਾਨ ਨੂੰ ਵੀ ਮਿਲੇ ਹੋ, ਤਾਂ ਉਹਨਾਂ ਨੇ ਕੋਈ ਤੁਹਾਨੂੰ ਸੁਝਾਅ ਦਿੱਤੇ ਹੋਣ, ਜਾਂ ਕੋਈ ਤੁਸੀਂ ਉਸ ਚੀਜ਼ ਨੂੰ ਲੈ ਕੇ ਕਿਸ ਤਰੀਕੇ ਨਾਲ ਟੈਕਲ ਕਰੋਗੇ? ਮੈਂ ਐਜ਼ ਅ ਸੇਵਾਦਾਰ ਦੱਸ ਸਕਦਾ, ਮੇਰਾ ਕੰਮ ਹੈਗਾ ਸੀ ਕਿ ਮੈਂ ਅਪਰੂਵਲਸ ਲਵਾਂ ਜਾਂ ਮੈਂ ਇਨਵੈਸਟਮੈਂਟ ਕਰ ਸਕਦਾ ਅਤੇ ਮੈਂ ਇਨਵੈਸਟਮੈਂਟ ਕਰਾਂ। ਬਟ ਇੱਕ ਗੁਰੂ ਘਰ ਦੀ ਸਥਾਪਨਾ ਹੋਣ ਤੋਂ ਬਾਅਦ ਜਿਹੜੀ ਮਰਿਆਦਾ ਰੱਖਣਾ, ਇਹ ਇਸ ਕਰਕੇ ਮੈਂ ਇੱਕ ਆਪਣੇ ਮੇਰੇ ਏਜੰਡਾ ਦੇ ਅੰਦਰ ਹੈਗਾ ਸੀ ਕਿ ਜਦੋਂ ਮੈਂ ਪੰਜਾਬ ਆ ਰਿਹਾ ਅਤੇ ਮੈਂ ਗੱਲ ਕਰਾਂ, ਕਿਉਂਕਿ ਮੈਂ ਅਕਾਲ ਤਖਤ ਸਾਹਿਬ ਦੀ ਹੀ ਮਰਿਆਦਾ ਦੇ ਅਨੁਸਾਰ, ਲੇਕਿਨ ਉਹ ਮੇਰਾ ਕੰਮ ਨਹੀਂ। ਉਹ SGPC ਦੇ ਪ੍ਰਧਾਨ ਜਿਹੜੇ ਹੈਗੇ ਨੇ ਬਹੁਤ ਨੇਕ ਇਨਸਾਨ ਨੇ। ਕੱਲ੍ਹ ਉਹਨਾਂ ਨਾਲ ਮੁਲਾਕਾਤ ਹੋਈ ਮੇਰੀ, ਅਤੇ ਮੈਂ ਹਾਲੇ ਸਿਰਫ ਗੱਲ ਕੀਤੀ ਹੈ, ਸ਼ੁਰੂਆਤ ਹੋ ਗਈ ਗੱਲ। ਡਿਸੀਜ਼ਨਸ ਉਹ ਜ਼ਰੂਰ ਦੱਸਣਗੇ, ਬਟ ਪੋਜ਼ੀਟਿਵ ਲੱਗਦਾ ਹੈ ਕਿਉਂਕਿ ਮੈਂ ਚਾਹੁੰਦਾ ਕਿ ਅਸੀਂ ਜੋ ਚੀਜ਼ ਹੋਏ ਉਹ ਇੱਕ ਸਟੈਂਡਰਡ ਹੋਣਾ ਚਾਹੀਦਾ ਹੈ। ਅਸੀਂ ਆਪਣੇ ਤਰੀਕੇ ਨਾਲ ਕਈ ਜਗ੍ਹਾ 'ਤੇ, ਕਈ ਥਾਵਾਂ 'ਤੇ ਅਗਰ ਇੰਟਰਨੈਸ਼ਨਲੀ ਵੀ ਦੇਖੀਏ, ਅਸੀਂ ਸਿਰਫ ਇੱਕ ਗੁਰੂ ਘਰ ਸਥਾਪਨਾ ਇੱਕ ਬਹੁਤ ਵੱਡੀ ਰਿਸਪੋਂਸਿਬਿਲਿਟੀ ਹੈ। ਅਤੇ ਜੇ ਅਗਰ ਤੁਸੀਂ ਨੋਰਮਸ ਅਲੱਗ-ਅਲੱਗ ਕਰਦੇ ਹੋ ਤਾਂ ਤੁਸੀਂ ਖੁਦ ਹੀ ਇੱਕ ਤਰੀਕੇ ਨਾਲ ਇੱਕ ਗਲਤ ਮੈਸੇਜ ਦੇ ਰਹੇ ਹੋ ਕਿ ਇੱਕ ਜਿਹੜਾ ਹੋਣਾ ਚਾਹੀਦਾ ਕਿ ਧਾਗਾ ਇੱਕੋ ਹੋਣਾ ਚਾਹੀਦਾ, ਸਾਰੇ ਉਹਨਾਂ ਦੇ ਪਿਰੋਏ ਜਾਣੇ ਚਾਹੀਦੇ ਨੇ। ਅਤੇ ਸਟੈਂਡਰਡਸ ਜਿਹੜੇ ਹੈਗੇ ਨੇ, ਉਹ ਮੈਂ ਸਟੈਂਡਰਡਸ ਮੇਨਟੇਨ ਕਰਨ ਵਾਸਤੇ, ਇਹ ਮੇਰਾ ਕੰਮ ਨਹੀਂ। ਅਤੇ ਮੈਂ ਇਸ ਕਰਕੇ ਦਰਖਾਸਤ ਲੈ ਕੇ ਆਇਆ ਸੀ, ਮੈਂ ਗੱਲ ਕੀਤੀ ਉਹਨਾਂ ਨਾਲ, ਅਤੇ ਮੈਂ ਕੋਸ਼ਿਸ਼ ਇਹੋ ਕਰਾਂਗਾ ਕਿ ਉਹ ਅਕਾਲ ਤਖਤ ਦੀ ਮਰਿਆਦਾ ਦੇ ਹਿਸਾਬ ਨਾਲ ਹੀ ਰਹੇ। ਇਸ ਨੂੰ ਬਣਾਉਣ ਦੇ ਲਈ ਤਾਂ ਕਾਫੀ ਖਰਚਾ ਵੀ ਆ ਜਾਣਾ ਆ, ਤਾਂ ਤੁਸੀਂ ਕੋਈ ਫੰਡਿੰਗ ਵਗੈਰਾ ਹੋ ਰਹੀ ਹੈ, ਕੋਈ ਸੰਸਥਾ ਕੋਈ ਤੁਸੀਂ ਬਣਾਈ ਹੈ, ਕਿ ਜਾਂ ਤੁਸੀਂ ਸਾਰਾ ਆਪਣੇ ਵੱਲੋਂ ਸਭ ਕੁਝ ਕਰਵਾ ਰਹੇ ਹੋ? ਅਤੇ ਕਿੰਨਾ ਕੁ ਖਰਚਾ ਟੋਟਲ ਆਉਣਾ ਹੈ? ਖਰਚਾ ਸਟਾਰਟਿੰਗ ਪੁਆਇੰਟ ਉੱਤੇ ਤਾਂ ਮੈਂ ਖੈਰ ਨੰਬਰਸ ਦੱਸਣ ਨੂੰ ਮੈਂ ਨਹੀਂ ਚਾਹੁੰਦਾ, ਬਟ ਲੇਕਿਨ ਖਰਚਾ ਮੈਂ ਹੀ ਕਰ ਰਿਹਾ। ਮੇਰੀ ਤਰਫੋਂ ਇੱਕ ਅਗਰ ਉੱਪਰ ਵਾਲੇ ਨੇ ਇੱਕ ਪੋਜੀਸ਼ਨ ਦਿੱਤੀ ਹੈ, ਅਤੇ ਜੋ ਮੈਂ ਕਰ ਸਕਦਾ, ਜਿੱਥੇ ਤੱਕ ਮੈਂ ਕਰ ਸਕਦਾ, ਮੈਂ ਜ਼ਰੂਰ ਕਰ ਰਿਹਾ। ਬਾਕੀ ਜਦੋਂ ਕਹਿੰਦੇ ਨੇ ਕਿ ਗੁਰੂ ਘਰ ਦੀ ਇੱਕ ਸਥਾਪਨਾ ਹੁੰਦੀ ਹੈ ਅਤੇ ਕਾਰਜ ਆਪਣੇ ਆਪ ਬਣਦੇ ਜਾਂਦੇ ਨੇ, ਅਤੇ ਮੈਂ ਹੁਣੇ ਪਲਾਨ ਤਾਂ ਮੇਰਾ ਇਹੋ ਹੈ ਕਿ ਜੋ ਵੀ ਖਰਚਾ ਹੋ ਰਿਹਾ ਮੈਂ ਉਹਦਾ ਆਪਣੇ ਉੱਤੇ ਲੈ ਕੇ ਚੱਲ ਰਿਹਾ। ਬਾਕੀ ਜਿੰਨੇ ਲੋਕ ਜੁੜਨਗੇ, ਗੁਰੂ ਘਰ ਮੇਰਾ ਨਹੀਂ, ਸਭ ਦਾ ਹੈ। ਅਤੇ ਮੇਰਾ ਉਹਦਾ ਕੋਈ ਕਮਰਸ਼ੀਅਲ ਐਂਗਲ ਨਹੀਂ ਹੈਗਾ, ਅਤੇ ਨਾ ਹੀ ਮੈਂ ਚਾਹੁੰਦਾ ਕੋਈ ਕਿਸੇ ਤਰੀਕੇ ਦਾ ਕਮਰਸ਼ੀਅਲ ਐਂਗਲ ਰੱਖਣਾ ਚਾਹੁੰਦਾ। ਬਟ ਇੱਕ ਵਾਰੀ ਜਦੋਂ ਸ਼ੁਰੂਆਤ ਹੋਏਗੀ ਅਤੇ ਫਿਰ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਲੋਕਾਂ ਨੂੰ ਪਤਾ ਲੱਗਣਾ ਪਹਿਲੇ ਬਹੁਤ ਇੰਪੋਰਟੈਂਟ ਹੈ। ਅਗਰ ਪਤਾ ਲੱਗਦਾ ਹੈ ਉਸ ਤੋਂ ਬਾਅਦ ਤਾਂ ਫਿਰ ਮੈਨੂੰ ਲੱਗਦਾ ਕਿ ਕਾਫੀ ਲੋਕ ਜਿਹੜੇ ਜੁੜਨਗੇ ਉਹ ਸਿਰਫ ਗੁਰੂ ਘਰ ਦੇ ਨਾਂ ਉੱਤੇ ਜੁੜ ਜਾਂਦੇ ਨੇ, ਅਤੇ ਆਪਣੇ ਆਪ ਵਸੀਲੇ ਬਣਦੇ ਨੇ, ਅਤੇ ਸਭ ਮਿਲ ਕੇ ਹੋ ਜਾਏਗਾ। ਕਦੋਂ ਤੱਕ ਇਹ ਕੰਪਲੀਟ ਹੋ ਜਾਏਗਾ ਗੁਰਦੁਆਰਾ? ਮੈਂ ਕੰਸਟਰਕਸ਼ਨ ਜਿਹੜੀ ਉਹਦੀ ਸਟਾਰਟ ਹੋ ਚੁੱਕੀ ਹੈ। ਮੈਂ ਹਲੇ ਉੱਥੇ ਅਸੀਂ ਪਰਚੇਜ਼ ਨਹੀਂ ਕਰ ਸਕਦੇ ਕਿਉਂਕਿ 1 ਸਾਲ ਦਾ ਸਾਡਾ ਆਡਿਟ ਪੀਰੀਅਡ ਹੈਗਾ। ਰੈਡ ਟੇਪ ਹੈਗੀ ਹੈ ਕਿ ਟਰਾਂਸਪੇਰੈਂਸੀ ਦਿਖਾਣੀ ਪੈਣੀ ਹੈ, ਅਤੇ ਉਸ ਬੇਸਿਸ ਉੱਤੇ 1 ਸਾਲ ਤੱਕ ਪਰਚੇਜ਼ ਤਾਂ ਨਹੀਂ ਹੋ ਸਕਦਾ। ਲੀਜ਼ ਉੱਤੇ ਅਸੀਂ ਲਿੱਤਾ 3 ਸਾਲ ਵਾਸਤੇ, ਬਟ ਲੇਕਿਨ ਉਹਦੇ ਪੂਰੀ ਕੰਸਟਰਕਸ਼ਨ ਕਰਾ ਰਹੇ ਹਾਂ। ਜਿਵੇਂ ਗੁਰੂ ਘਰ ਦਾ ਇੱਕ ਹੁੰਦਾ ਹੈ ਸਟਾਰਟਿੰਗ ਪੁਆਇੰਟ ਉੱਤੇ ਤੁਹਾਡੇ ਜਿਹੜਾ ਹੱਥ ਧੋਣ ਦਾ ਸੋ ਲੈ ਕੇ ਪੂਰਾ ਪਲੈਨਿੰਗ ਕੀਤੀ ਹੈ, ਅਤੇ 3 ਮਹੀਨੇ ਦੇ ਅੰਦਰ ਉਹ ਰੈਡੀ ਹੋ ਜਾਣਾ ਚਾਹੀਦਾ। ਅਤੇ ਮੈਂ
ਲੋਕਾਂ ਨੂੰ ਇੱਥੇ ਮਿਲ ਵੀ ਰਿਹਾ ਕਿ ਮੈਂ ਇੱਕ ਜੱਥਾ ਲੈ ਕੇ ਜਾਣਾ ਹੈ ਤੇ ਪ੍ਰੋਪਰਲੀ ਉੱਥੇ ਜਾ ਕੇ ਅਸੀਂ ਅਗਰ ਐਸਜੀਪੀਸੀ ਸਪੋਰਟ ਕਰਦਾ ਹੈ ਤੇ ਉਹ ਸੇਵਾਦਾਰ ਰਾਗੀ ਜਿਹੜੇ ਗ੍ਰੰਥੀ ਹੈਗੇ ਨੇ ਸਾਰਾ ਉਹਨਾਂ ਦੀ ਤਰਫੋਂ ਆਏ ਉਹ ਮੈਨੇਜ ਕਰਨ ਤੇ ਉਸ ਤਰੀਕੇ ਨਾਲ ਅਸੀਂ ਚੀਜ਼ ਨੂੰ ਇਹ ਉਪਰਾਲਾ ਉਹ ਸਪੋਰਟ ਕਰਾਂ। ਹਮੀਦ ਜੀ, ਸਾਰੀ ਗੱਲਬਾਤ ਕਰ ਲਈ ਤੇ ਸਾਡੇ ਵੱਲੋਂ ਵੀ ਤੁਹਾਨੂੰ ਬੈਸਟ ਵਿਸ਼ੇਸ ਨੇ, ਕਿਉਂਕਿ ਜਿਹੜੀਆਂ ਆਸਾਂ ਲੈ ਕੇ ਤੁਸੀਂ ਚੱਲੇ ਹੋ ਉਹ ਸਿੱਖ ਕੌਮ ਦੇ ਨਾਲ ਸੰਬੰਧਿਤ ਨੇ ਤੇ ਉਹ ਅੱਗੇ ਲੈ ਕੇ ਜਾਣ ਦੇ ਲਈ ਹੈ, ਕਿਉਂਕਿ ਸਿੱਖ ਦੀ ਪਹਿਚਾਣ, ਪੰਜਾਬੀ ਦੀ ਪਹਿਚਾਣ ਹੋਣੀ ਬਹੁਤ ਜ਼ਰੂਰੀ ਆ। ਤਾਂ ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਇਹ ਨੇ ਹਰਮੀਤ ਸਿੰਘ, ਦੁਬਈ ਦੇ ਉੱਘੇ ਬਿਜ਼ਨਸਮੈਨ ਨੇ ਜਿਨ੍ਹਾਂ ਦੇ ਵੱਲੋਂ ਰਸ਼ੀਆ ਦੀ ਇੱਕ ਸਟੇਟ ਦੇ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਜਾ ਰਿਹਾ ਹੈ। ਸਾਰੇ ਦਾ ਸਾਰਾ ਫੰਡ ਇਹ ਆਪਣੀ ਜੇਬ ਦੇ ਵਿੱਚੋਂ ਲਗਾ ਰਹੇ ਨੇ। ਮਕਸਦ ਸਿਰਫ ਤੇ ਸਿਰਫ ਇੱਕ ਹੈ ਕਿ ਪੰਜਾਬੀਆਂ ਦੀ, ਸਿੱਖਾਂ ਦੀ ਪਹਿਚਾਣ ਜਿਹੜੀ ਕਿਤੇ ਨਾ ਕਿਤੇ ਗਵਾ ਚੁੱਕੀ ਹੈ ਉਸ ਨੂੰ ਬਰਕਰਾਰ ਰੱਖਿਆ ਜਾਵੇ। ਵੱਡੀ ਗੱਲ ਇਹ ਹੈ ਕਿ ਇਹਨਾਂ ਨੇ ਆਪਣੀ ਭਾਸ਼ਾ ਨੂੰ, ਆਪਣੇ ਕਿਰਦਾਰ ਨੂੰ, ਆਪਣੇ ਸਿੱਖ ਇਤਿਹਾਸ ਨੂੰ ਆਪਣੇ ਨਾਲ ਲੈ ਕੇ ਚੱਲੇ ਨੇ। ਕਿਉਂਕਿ ਆਮ ਤੌਰ 'ਤੇ ਕੀ ਹੁੰਦਾ ਕਿ ਜਦੋਂ ਦੇਸ਼ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾਂਦੇ ਹਾਂ ਤਾਂ ਅਸੀਂ ਆਪਣੀ ਪਹਿਚਾਣ ਵੀ ਨਾਲ ਹੀ ਪੰਜਾਬ ਛੱਡ ਜਾਂਦੇ ਹਾਂ, ਨਾਲ ਨਹੀਂ ਲੈ ਕੇ ਜਾਂਦੇ। ਪਰ ਇਹਨਾਂ ਨੇ ਪਹਿਚਾਣ ਵੀ ਨਾਲ ਰੱਖੀ, ਦਸਤਾਰ ਵੀ ਨਾਲ ਰੱਖੀ, ਭਾਸ਼ਾ ਵੀ ਨਾਲ ਰੱਖੀ, ਜੋ ਇੱਕ ਆਪਣੇ ਆਪ ਦੇ ਵਿੱਚ ਮਿਸਾਲ ਹੈ। ਸੋ ਹੁਣ ਇਹ ਗੁਰਦੁਆਰਾ ਕੁਝ ਹੀ ਸਮੇਂ ਦੇ ਵਿੱਚ ਕੰਪਲੀਟ ਹੋ ਜਾਵੇਗਾ ਅਤੇ ਉਸ ਵਿੱਚ ਗੁਰੂ ਘਰ ਦੀ ਮਰਿਆਦਾ ਦਾ ਵੀ ਖਾਸ ਤੌਰ ਦੇ ਉੱਪਰ ਧਿਆਨ ਰੱਖਿਆ ਜਾਵੇਗਾ ਤੇ ਉਸ ਗੁਰੂ ਘਰ ਤੋਂ ਹੀ ਪੂਰੇ ਰਸ਼ੀਆ ਦੇ ਵਿੱਚ ਇੱਕ ਪਹਿਚਾਣ ਸਿੱਖਾਂ ਦੀ ਇੱਕ ਵੱਡੀ ਹੋਵੇਗੀ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।